ਮੇਰਾ ਨਾਮ ਗੀਤਾ ਹੈ। ਮੈਂ ਇੱਕ ਖਿਡੌਣੇ ਵੇਚਣ ਵਾਲੀ ਸੀ। ਮੈਂ ਬੱਚਿਆਂ ਦੇ ਖਿਡੌਣੇ ਵੇਚਦੀ ਸੀ ਅਤੇ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਕੁਝ ਗਲਤ ਕਰਨ ਬਾਰੇ ਨਹੀਂ ਸੋਚਿਆ। ਪਰ ਮੈਨੂੰ ਨਹੀਂ ਪਤਾ ਸੀ ਕਿ ਪੈਸੇ ਦੇ ਲਾਲਚ ਕਾਰਨ ਮੈਂ ਕਿਸੇ ਦਾ ਸ਼ਿਕਾਰ ਹੋ ਜਾਵਾਂਗੀ ਤੇ ਪਿੱਛੇ ਮੁੜਨਾ ਮੇਰੇ ਲਈ ਅਸੰਭਵ ਹੋਵੇਗਾ। ਅੱਧੀ ਰਾਤ ਨੂੰ ਮੇਰੇ ਮਾਲਕ ਨੇ ਮੇਰੇ ਨਾਲ ਜੋ ਕੀਤਾ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣੇ। ਮੇਰੇ ਵਰਗੀ ਬਦਸੂਰਤ ਕੁੜੀ ਨੂੰ ਘਰ ਵਿੱਚ ਨੌਕਰਾਣੀ ਬਣਾ ਕੇ ਰੱਖਣ ਦੇ ਪਿੱਛੇ ਅਜਿਹਾ ਘਿਨਾਉਣਾ ਕਾਰਨ ਹੋ ਸਕਦਾ ਹੈ, ਮੈਂ ਸੋਚ ਵੀ ਨਹੀਂ ਸਕਦੀ। ਕੁਝ ਲੋਕ ਆਪਣੇ ਸਰੀਰ ਦੀ ਪਿਆਸ ਬੁਝਾਉਣ ਲਈ ਇਸ ਹੱਦ ਤੱਕ ਚਲੇ ਜਾਂਦੇ ਹਨ, ਉਹ ਸਹੀ ਅਤੇ ਗਲਤ ਦਾ ਫਰਕ ਵੀ ਭੁੱਲ ਜਾਂਦੇ ਹਨ। ਮੇਰੇ ਨਾਲ ਵੀ ਕੁਝ ਅਜਿਹਾ ਹੀ ਹੋਇਆ ਜਦੋਂ ਮੈਂ ਆਪਣਾ ਇਮਾਨਦਾਰੀ ਵਾਲਾ ਕੰਮ ਛੱਡ ਕੇ ਕੁਝ ਪੈਸਿਆਂ ਦੇ ਲਾਲਚ ਵਿੱਚ ਇੱਕ ਅਮੀਰ ਅਤੇ ਸੁੰਦਰ ਆਦਮੀ ਦੇ ਘਰ ਨੌਕਰੀ ਕੀਤੀ। ਅਤੇ ਮੇਰੇ ਲਈ ਇਹ ਸਭ ਕੁਝ ਤੁਹਾਨੂੰ ਦੱਸਣਾ ਬਹੁਤ ਮੁਸ਼ਕਲ ਹੈ ਜੋ ਉਸ ਆਦਮੀ ਨੇ ਆਪਣੀ ਇੱਛਾ ਪੂਰੀ ਕਰਨ ਲਈ ਮੇਰੇ ਨਾਲ ਕੀਤਾ। ਇਸ ਹਾਦਸੇ ਤੋਂ ਬਾਅਦ ਮੇਰੀ ਪੂਰੀ ਜ਼ਿੰਦਗੀ ਬਦਲ ਗਈ ਸੀ। ਮੈਂ 27 ਸਾਲਾਂ ਦੀ ਹਾਂ ਅਤੇ ਉੱਤਰ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਡ ਤੋਂ। ਮੇਰਾ ਰੰਗ ਕਾਲਾ ਸੀ ਅਤੇ ਮੈਂ ਇੱਕ ਸਧਾਰਨ ਜਿਹੀ ਕੁੜੀ ਸੀ। ਮੈਂ 5ਵੀਂ ਜਮਾਤ ਤੱਕ ਹੀ ਪੜ੍ਹੀ ਸੀ। ਮੇਰਾ ਵਿਆਹ ਇੱਕ ਅਜਿਹੇ ਆਦਮੀ ਨਾਲ ਹੋਇਆ ਜੋ ਸ਼ਰਾਬ ਪੀਂਦਾ ਸੀ ਅਤੇ ਕੋਈ ਕੰਮ ਵੀ ਨਹੀਂ ਕਰਦਾ ਸੀ। ਉਸ ਨੇ ਸ਼ਰਾਬ ਦੀ ਲੱਤ ਕਾਰਨ ਮੇਰੇ ਸਾਰੇ ਗਹਿਣੇ ਵੀ ਵੇਚ ਦਿੱਤੇ ਸਨ। ਮੇਰੇ ਮਾਤਾ ਪਿਤਾ ਨੇ ਬਹੁਤ ਛੋਟੀ ਉਮਰ ਵਿੱਚ ਮੇਰਾ ਵਿਆਹ ਕਰਵਾ ਦਿੱਤਾ ਸੀ। ਮੇਰੇ ਵਿਆਹ ਨੂੰ 8 ਸਾਲ ਹੋ ਗਏ ਸਨ ਅਤੇ ਮੈਂ ਇਹਨਾਂ ਮਾੜੇ ਹਾਲਾਤਾਂ ਤੋਂ ਬਹੁਤ ਤੰਗ ਆ ਚੁੱਕੀ ਸੀ। ਬਚਪਨ ਤੋਂ ਲੈ ਕੇ ਹੁਣ ਤੱਕ ਮੈਂ ਗਰੀਬੀ ਹੀ ਦੇਖੀ ਸੀ। ਜਦੋਂ ਮੇਰਾ ਵਿਆਹ ਹੋਇਆ ਤਾਂ ਸਹੁਰੇ ਘਰ ਵੀ ਗਰੀਬੀ ਹੀ ਸੀ। ਪਤੀ ਵੀ ਅਜਿਹਾ ਨਹੀਂ ਸੀ ਜੋ ਮਿਹਨਤ ਨਾਲ ਕਮਾ ਕੇ ਕੁਝ ਜੋੜ ਸਕੇ। ਮੇਰਾ ਪਤੀ ਸਾਰਾ ਦਿਨ ਸ਼ਰਾਬ ਦੇ ਨਸ਼ੇ ਵਿੱਚ ਰਹਿੰਦਾ ਸੀ ਅਤੇ ਮੇਰੀ ਇੱਕ 5 ਸਾਲ ਦੀ ਧੀ ਸੀ ਅਤੇ ਮੇਰੇ ਪਤੀ ਦੀ ਇੱਕ ਵਿਧਵਾ ਭੈਣ ਸੀ। ਉਸ ਦੇ ਪਤੀ ਦੀ ਮੌਤ ਹੋ ਗਈ ਸੀ, ਇਸ ਲਈ ਉਹ ਵੀ ਸਾਡੇ ਘਰ ਹੀ ਰਹਿੰਦੀ ਸੀ। ਮੈਨੂੰ ਹਮੇਸ਼ਾ ਆਪਣੀ ਧੀ ਦੇ ਭਵਿੱਖ ਦੀ ਚਿੰਤਾ ਰਹਿੰਦੀ ਸੀ। ਇਸੇ ਲਈ ਜਦੋਂ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਪੈਸੇ ਦੀ ਸਮੱਸਿਆ ਆਈ ਤਾਂ ਇਸ ਲਈ ਮੈਂ ਆਪਣੀ ਧੀ ਅਤੇ ਵਿਧਵਾ ਨਣਦ ਨਾਲ ਦਿੱਲੀ ਸ਼ਹਿਰ ਆ ਗਈ। ਮੈਂ ਸੁਣਿਆ ਸੀ ਕਿ ਦਿੱਲੀ ਵਿੱਚ ਰੁਜ਼ਗਾਰ ਦੇ ਚੰਗੇ ਮੌਕੇ ਉਪਲਬਧ ਹਨ। ਮੈਂ ਵੀ ਇਹ ਸੋਚ ਕੇ ਦਿੱਲੀ ਆ ਗਈ ਕਿ ਕੁਝ ਪੈਸੇ ਕਮਾ ਕੇ ਆਪਣੀ ਧੀ ਨੂੰ ਚੰਗੀ ਸਿੱਖਿਆ ਦੇ ਸਕਾਂਗੀ। ਮੇਰਾ ਪਤੀ ਨਸ਼ੇ ਦੀ ਲੱਤ ਨਾਲ ਇੰਨਾ ਬੁਰੀ ਤਰ੍ਹਾਂ ਆਦੀ ਸੀ ਕਿ ਉਸ ਨੇ ਆਪਣੀ ਪਤਨੀ, ਆਪਣੀ ਵਿਧਵਾ ਭੈਣ ਅਤੇ ਆਪਣੀ ਮਾਸੂਮ ਬੱਚੀ ਦੀ ਪਰਵਾਹ ਵੀ ਨਹੀਂ ਕੀਤੀ। ਮੈਂ ਆਪਣੇ ਪਤੀ ਨੂੰ ਪਿੰਡ ਹੀ ਛੱਡ ਗਈ ਸੀ ਕਿਉਂਕਿ ਮੈਂ ਪਿੰਡ ਰਹਿ ਕੇ ਕੁਝ ਨਹੀਂ ਕਰ ਸਕਦੀ ਸੀ। ਜਦੋਂ ਮੈਂ ਦਿੱਲੀ ਆਈ ਤਾਂ ਮੈਨੂੰ ਕੋਈ ਕੰਮ ਸਮਝ ਨਹੀਂ ਆ ਰਿਹਾ। ਮੇਰੇ ਕੋਲ ਕਰੀਬ 5000 ਰੁਪਏ ਸਨ ਜੋ ਮੈਂ ਪਿੰਡ ਤੋਂ ਲਿਆਈ ਸੀ। ਮੈਂ ਉਸ ਪੈਸਿਆਂ ਨਾਲ ਖਿਡੌਣੇ ਖਰੀਦੇ, ਟੋਕਰੀ ਵਿੱਚ ਪਾ ਲਏ ਅਤੇ ਸੜਕ ਕਿਨਾਰੇ ਬੈਠ ਕੇ ਵੇਚਣ ਲੱਗ ਪਈ। ਮੈਂ ਬਾਜ਼ਾਰ ਦੇ ਵਿਚਕਾਰ ਬੈਠ ਜਾਂਦੀ ਸੀ ਜਿੱਥੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੁੰਦੀ ਸੀ। ਮੈਂ ਉੱਥੇ ਖਿਡੌਣੇ ਵੇਚ ਕੇ ਥੋੜਾ ਮੁਨਾਫਾ ਕਮਾਇਆ ਤੇ ਮੈਂ ਆਪਣਾ ਕੰਮ ਜਾਰੀ ਰੱਖਿਆ। ਮੇਰੀ ਨਣਦ ਦੀ ਇੱਕ ਸਹੇਲੀ ਦਿੱਲੀ ਵਿੱਚ ਰਹਿੰਦੀ ਸੀ। ਅਸੀਂ ਕੁਝ ਦਿਨ ਉਸ ਦੇ ਘਰ ਰਹੇ। ਮੇਰੀ ਨਣਦ ਮੇਰੀ ਧੀ ਦੀ ਦੇਖਭਾਲ ਕਰਦੀ ਸੀ ਅਤੇ ਮੈਂ ਸਵੇਰੇ ਖਿਡੌਣੇ ਵੇਚਣ ਲਈ ਘਰੋਂ ਨਿਕਲ ਜਾਂਦੀ ਸੀ। ਅਸੀਂ ਸੋਚਿਆ ਸੀ ਕਿ ਜਿਵੇਂ ਹੀ ਸਾਨੂੰ ਕੁਝ ਪੈਸੇ ਬਚਣ ਲੱਗੇ ਅਸੀਂ ਉਹਨਾਂ ਦੇ ਘਰੋਂ ਬਾਹਰ ਚਲੇ ਜਾਵਾਂਗੇ ਅਤੇ ਕਿਰਾਏ ਤੇ ਮਕਾਨ ਲੱਭ ਲਵਾਂਗੇ। ਮੈਂ ਬਾਜ਼ਾਰ ਤੋਂ ਖਿਡੌਣੇ ਖਰੀਦਦੀ ਸੀ ਅਤੇ ਖਰੀਦ ਮੁੱਲ ਨਾਲੋਂ 15-20 ਰੁਪਏ ਵੱਧ ਤੇ ਵੇਚਦੀ ਸੀ। ਮੇਰੇ ਖਿਡੌਣੇ ਦਿੱਲੀ ਦੇ ਬਾਜ਼ਾਰ ਵਿੱਚ ਚੰਗੀ ਤਰ੍ਹਾਂ ਵਿਕਦੇ ਸਨ ਅਤੇ ਮੈਨੂੰ ਉੱਥੇ ਮੁਨਾਫਾ ਵੀ ਚੰਗਾ ਹੁੰਦਾ ਸੀ। ਇੱਕ ਦਿਨ ਅਚਾਨਕ ਮੈਂ ਕਲੋਨੀ ਦੇ ਸਾਹਮਣੇ ਬੈਠ ਗਈ ਅਤੇ ਖਿਡੌਣੇ ਵੇਚਣ ਲੱਗੀ। ਕਲੋਨੀ ਦੇ ਨੇੜੇ ਇੱਕ ਵੱਡਾ ਪਾਰਕ ਜਿੱਥੇ ਕਈ ਬੱਚੇ ਖੇਡ ਰਹੇ ਸਨ। ਕਈ ਵਾਰ ਮੈਂ ਵੱਖ-ਵੱਖ ਸਕੂਲਾਂ ਦੇ ਬਾਹਰ ਖਿਡੌਣੇ ਵੇਚਣ ਜਾਂਦੀ ਸੀ। ਹੌਲੀ-ਹੌਲੀ ਮੇਰਾ ਮੁਨਾਫਾ ਵੱਧ ਰਿਹਾ ਸੀ। ਕਦੇ ਸਕੂਲ ਦੇ ਸਾਹਮਣੇ, ਕਦੇ ਕਲੋਨੀ ਦੇ ਸਾਹਮਣੇ ਅਤੇ ਕਦੇ ਬਾਜ਼ਾਰ ਦੇ ਵਿੱਚ ਬੈਠ ਜਾਂਦੀ। ਮੇਰੇ ਖਿਡੌਣੇ ਕਲੋਨੀ ਅਤੇ ਬਾਜ਼ਾਰ ਵਿੱਚ ਜ਼ਿਆਦਾ ਵਿਕਦੀ ਸਨ। ਮੈਂ ਰੋਜ਼ ਸਵੇਰੇ ਬਾਜ਼ਾਰ ਅਤੇ ਸ਼ਾਮ ਨੂੰ ਬਸਤੀ ਦੇ ਸਾਹਮਣੇ ਖਿਡੌਣੇ ਵੇਚਦੀ ਸੀ। ਇੱਕ ਦਿਨ ਸ਼ਾਮ ਨੂੰ ਮੈਂ ਆਪਣੇ ਖਿਡੌਣੇ ਵੇਚਣ ਵਿੱਚ ਰੁੱਝੀ ਹੋਈ ਸੀ ਜਦੋਂ ਇੱਕ ਵੱਡੇ ਘਰ ਦੇ ਅੰਦਰੋਂ ਇੱਕ ਸੁੰਦਰ ਆਦਮੀ ਬਾਹਰ ਆਇਆ ਅਤੇ ਉਸਦੇ ਕੋਲ 4 ਸਾਲ ਦਾ ਬੱਚਾ ਵੀ ਸੀ। ਉਸਨੇ ਆਪਣੇ ਪੁੱਤਰ ਲਈ ਮੇਰੇ ਤੋਂ ਬਹੁਤ ਸਾਰੇ ਖਿਡੌਣੇ ਖਰੀਦੇ ਪਰ ਉਸ ਆਦਮੀ ਦੀ ਨਜ਼ਰ ਲਗਾਤਾਰ ਮੇਰੇ ਤੇ ਹੀ ਸੀ। ਪਤਾ ਨਹੀਂ ਮੈਂ ਉਸ ਦੀਆਂ ਅੱਖਾਂ ਵਿੱਚ ਅਜਿਹਾ ਕੀ ਸੀ, ਮੈਂ ਕੁਝ ਉਲਝਣ ਮਹਿਸੂਸ ਕਰ ਰਹੀ ਸੀ। ਖਿਡੌਣੇ ਲੈਣ ਤੋਂ ਬਾਅਦ ਜਿਵੇਂ ਹੀ ਉਸਨੇ ਮੈਨੂੰ ਪੈਸੇ ਦਿੱਤੇ ਉਸਦਾ ਸਖਤ ਹੱਥ ਮੈਨੂੰ ਛੂਹ ਗਿਆ ਅਤੇ ਮੇਰੇ ਰੌਂਗਟੇ ਖੜੇ ਹੋ ਗਏ। ਹੁਣ ਤੱਕ ਮੈਂ ਜਿੰਨੇ ਵੀ ਮਰਦਾਂ ਤੋਂ ਪੈਸੇ ਲਏ ਸਨ ਉਹ ਆਪ ਵੀ ਇਸ ਗੱਲ ਦਾ ਧਿਆਨ ਰੱਖ ਕੇ ਪੈਸੇ ਦਿੰਦੇ ਸੀ ਕਿ ਉਹਨਾਂ ਦਾ ਹੱਥ ਮੇਰੇ ਹੱਥ ਨਾਲ ਨਾ ਲੱਗੇ ਅਤੇ ਮੈਂ ਵੀ ਇਸ ਤਰ੍ਹਾਂ ਹੀ ਪੈਸੇ ਲੈਂਦੀ ਸੀ। ਪਰ ਇਸ ਆਦਮੀ ਦਾ ਹੱਥ ਮੈਨੂੰ ਛੂਹ ਗਿਆ। ਜਦੋਂ ਮੇਰਾ ਹੱਥ ਟਕਰਾਇਆ ਤਾਂ ਮੈਨੂੰ ਲੱਗਾ ਕਿ ਸ਼ਾਇਦ ਉਸਨੇ ਜਾਣ ਬੁੱਝ ਕੇ ਅਜਿਹਾ ਕੀਤਾ ਹੈ
ਉਸਨੇ ਮੈਨੂੰ ਇੱਕ ਅਜੀਬ ਜਿਹੀ ਮੁਸਕਰਾਹਟ ਦਿੱਤੀ ਅਤੇ ਆਪਣੇ ਘਰ ਦੇ ਅੰਦਰ ਵਾਪਸ ਚਲਾ ਗਿਆ। ਜਦੋਂ ਮੈਂ ਪੈਸਿਆਂ ਵੱਲ ਦੇਖਿਆ ਤਾਂ ਉਹ ਮੈਨੂੰ ਬਹੁਤ ਜ਼ਿਆਦਾ ਪੈਸੇ ਦੇ ਗਿਆ ਸੀ। ਇਸ ਨੇ ਮੈਨੂੰ ਹੋਰ ਵੀ ਹੈਰਾਨ ਕਰ ਦਿੱਤਾ। ਫਿਰ ਮੈਂ ਸੋਚਿਆ ਕਿ ਸ਼ਾਇਦ ਉਹ ਕਿਸੇ ਵੱਡੇ ਘਰਾਣੇ ਤੋਂ ਅਤੇ ਅਮੀਰ ਹੈ, ਇਸ ਲਈ ਉਸਨੇ ਜ਼ਿਆਦਾ ਪੈਸੇ ਦਿੱਤੇ ਹਨ। ਆਪਣੇ ਸਮੇਂ ਅਨੁਸਾਰ ਮੈਂ ਆਪਣੀ ਨਣਦ ਦੀ ਦੋਸਤ ਦੇ ਘਰ ਵਾਪਸ ਆ ਗਈ। ਕੁਝ ਦਿਨਾਂ ਬਾਅਦ ਅਸੀਂ ਕਿਰਾਏ ਤੇ ਮਕਾਨ ਲੈ ਲਿਆ। ਘਰ ਛੋਟਾ ਸੀ ਪਰ ਸਾਡੇ ਦੋਵਾਂ ਲਈ ਕਾਫੀ ਸੀ ਅਤੇ ਮੇਰੀ ਧੀ ਅਜੇ ਬਹੁਤ ਛੋਟੀ ਸੀ ਅਤੇ ਹੁਣ ਮੈਂ ਆਪਣੀ ਟੋਕਰੀ ਲੈ ਕੇ ਆਪਣੇ ਕਿਰਾਏ ਤੇ ਘਰ ਚਲੀ ਜਾਂਦੀ ਸੀ ਅਤੇ ਰਸਤੇ ਵਿੱਚ ਜਾਂਦੇ ਸਮੇਂ ਮੈਂ ਤਿੰਨਾਂ ਲਈ ਖਾਣਾ ਲੈ ਜਾਂਦੀ ਸੀ, ਕਿਉਂਕਿ ਸਾਡੇ ਕੋਲ ਇੰਨੇ ਪੈਸੇ ਨਹੀਂ ਸਨ ਕਿ ਅਸੀਂ ਰਾਸ਼ਨ ਲਿਆ ਕੇ ਰੱਖ ਸਕਦੇ। ਬਸ ਥੋੜਾ ਜਿਹਾ ਜ਼ਰੂਰੀ ਸਮਾਨ ਆਪਣੇ ਕੋਲ ਰੱਖ ਲਿਆ ਸੀ। ਅਸੀਂ ਖਾਣਾ ਬਾਜ਼ਾਰ ਤੋਂ ਲਿਆਉਂਦੇ ਸੀ ਅਤੇ ਸਵੇਰ ਦੀ ਚਾਹ ਘਰ ਹੀ ਬਣਾ ਲੈਂਦੀ। ਮੇਰੀ ਧੀ ਸਾਰਾ ਦਿਨ ਮੇਰੀ ਨਣਦ ਕੋਲ ਰਹਿੰਦੀ ਸੀ। ਜਦੋਂ ਮੈਂ ਰਾਤ ਦਾ ਖਾਣਾ ਖਾ ਕੇ ਸੌਣ ਲਈ ਲੇਟੀ ਤਾਂ ਮੈਨੂੰ ਉਸ ਆਦਮੀ ਦਾ ਚਿਹਰਾ ਯਾਦ ਆ ਰਿਹਾ ਸੀ। ਉਹ ਦੇਖਣ 'ਚ ਬਹੁਤ ਸਮਰਾਟ ਸੀ ਅਤੇ ਉਸ ਦਾ ਸਟਾਈਲ ਵੀ ਬਿਲਕੁਲ ਵੱਖਰਾ ਸੀ, ਪਰ ਪਤਾ ਨਹੀਂ ਕਿਉਂ ਪਹਿਲੀ ਵਾਰ ਮੈਂ ਆਪਣੇ ਪਤੀ ਬਾਰੇ ਨਹੀਂ ਸਗੋਂ ਉਸ ਅਣਜਾਣ ਆਦਮੀ ਬਾਰੇ ਸੋਚਦਿਆਂ ਸੌਂ ਗਈ। ਅਗਲੇ ਦਿਨ ਮੈਂ ਫਿਰ ਉਸ ਖਿਡੌਣਿਆਂ ਨਾਲ ਉਸ ਕਲੋਨੀ ਪਹੁੰਚ ਗਈ। ਮੈਨੂੰ ਪਹੁੰਚੇ ਬਹੁਤਾ ਸਮਾਂ ਨਹੀਂ ਹੋਇਆ ਜਦੋਂ ਹੀ ਮੈਂ ਆਵਾਜ਼ ਮਾਰੀ। ਮੇਰੀ ਪਹਿਲੀ ਆਵਾਜ਼ ਤੇ ਹੀ ਉਹ ਆਦਮੀ ਦੁਬਾਰਾ ਖਿਡੌਣੇ ਲੈਣ ਆਇਆ। ਮੈਨੂੰ ਲੱਗਾ ਜਿਵੇਂ ਉਹ ਮੇਰਾ ਇੰਤਜ਼ਾਰ ਕਰ ਰਿਹਾ ਹੋਵੇ। ਅੱਜ ਵੀ ਉਹ ਮੇਰੇ ਚਿਹਰੇ ਵੱਲ ਦੇਖ ਕੇ ਖਿਡੌਣੇ ਖਰੀਦ ਰਿਹਾ ਸੀ ਅਤੇ ਉਸ ਦਾ ਧਿਆਨ ਖਿਡੌਣਿਆਂ ਨਾਲੋਂ ਵੱਧ ਮੇਰੇ ਵੱਲ ਸੀ। ਸ਼ਾਇਦ ਮੈਂ ਸੁੰਦਰ ਸੀ। ਮੈਨੂੰ ਅੱਜ ਇਹ ਅਹਿਸਾਸ ਹੋ ਰਿਹਾ ਸੀ। ਕਈ ਵਾਰ ਮੇਰਾ ਪਤੀ ਜਦੋਂ ਸ਼ਰਾਬੀ ਹੁੰਦਾ ਸੀ ਤਾਂ ਕਹਿੰਦਾ ਸੀ ਕਿ ਤੂੰ ਬਹੁਤ ਸੋਹਣੀ ਹੈ ਤੇ ਪੂਰੇ ਪਿੰਡ ਵਿੱਚ ਇੰਨੀ ਸੋਹਣੀ ਔਰਤ ਕਿਤੇ ਨਹੀਂ, ਪਰ ਇਸ ਅਮੀਰ ਆਦਮੀ ਦੀਆਂ ਅੱਖਾਂ ਨੇ ਮੈਨੂੰ ਪੂਰਾ ਅਹਿਸਾਸ ਕਰਵਾ ਦਿੱਤਾ ਕਿ ਮੈਂ ਸੱਚਮੁੱਚ ਸੁੰਦਰ ਅਤੇ ਆਕਰਸ਼ਕ ਹਾਂ। ਮੇਰੀ ਕਮਰ ਪਤਲੀ ਸੀ ਅਤੇ ਮੇਰਾ ਕੱਦ ਚੰਗਾ ਸੀ। ਮੈਂ ਨਾ ਜ਼ਿਆਦਾ ਮੋਟੀ ਸੀ ਅਤੇ ਨਾ ਹੀ ਬਹੁਤੀ ਪਤਲੀ ਸੀ। ਜਿਵੇਂ ਹੀ ਉਸ ਆਦਮੀ ਨੇ ਖਿਡੌਣੇ ਖਰੀਦ ਕੇ ਮੈਨੂੰ ਪੈਸੇ ਦਿੱਤੇ ਤਾਂ ਮੈਂ ਥੋੜਾ ਸੁਚੇਤ ਹੋ ਗਈ। ਮੈਂ ਇਹ ਦੇਖਣਾ ਚਾਹੁੰਦੀ ਸੀ ਕਿ ਕੀ ਉਸ ਦਿਨ ਗਲਤੀ ਨਾਲ ਉਸਦਾ ਹੱਥ ਲੱਗ ਗਿਆ ਸੀ ਜਾਂ ਉਸਨੇ ਅਜਿਹਾ ਜਾਣ-ਬੁੱਝ ਕੇ ਕੀਤਾ ਸੀ ਅਤੇ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਪੈਸੇ ਦੇਣ ਸਮੇਂ ਉਸਨੇ ਜਾਣ-ਬੁੱਝ ਕੇ ਮੇਰੇ ਹੱਥ ਨੂੰ ਪੂਰੀ ਤਰ੍ਹਾਂ ਛੂਹ ਲਿਆ। ਮੈਨੂੰ ਪਤਾ ਸੀ ਕਿ ਇਹ ਕੋਈ ਗਲਤੀ ਨਹੀਂ ਸੀ, ਸਗੋਂ ਇਹ ਜਾਣ-ਬੁੱਝ ਕੇ ਕਰ ਰਿਹਾ ਸੀ। ਮੈਂ ਘਬਰਾ ਗਈ ਕਿਉਂਕਿ ਅਜਿਹਾ ਮੇਰੀ ਜ਼ਿੰਦਗੀ ਵਿੱਚ ਪਹਿਲੀ ਵਾਰ ਹੋ ਰਿਹਾ ਸੀ। ਅੱਜ ਤੱਕ ਮੈਂ ਆਪਣੇ ਪਤੀ ਤੋਂ ਇਲਾਵਾ ਕਿਸੇ ਹੋਰ ਮਰਦ ਦੀ ਛੋਹ ਮਹਿਸੂਸ ਨਹੀਂ ਕੀਤੀ। ਮੇਰੇ ਪਿੰਡ ਵਿੱਚ ਮੈਂ ਕਦੇ ਘਰੋਂ ਬਾਹਰ ਨਹੀਂ ਨਿਕਲੀ, ਕਦੇ ਕਿਸੇ ਅਜਨਬੀ ਦੇ ਸਾਹਮਣੇ ਆਪਣਾ ਪਰਦਾ ਵੀ ਨਹੀਂ ਚੁੱਕਿਆ ਸੀ, ਪਰ ਇੱਥੇ ਸ਼ਹਿਰ ਵਿੱਚ ਅਜਿਹਾ ਕੋਈ ਰਿਵਾਜ ਨਹੀਂ, ਇਸ ਲਈ ਮੈਂ ਇੱਥੇ ਪਰਦਾ ਨਹੀਂ ਕਰਦੀ ਸੀ। ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਇੱਥੇ ਦੀਆਂ ਔਰਤਾਂ ਕਿੰਨੀਆਂ ਆਜ਼ਾਦ ਸੋਚ ਵਾਲੀਆਂ ਹੋਣਗੀਆਂ। ਇੱਥੇ ਆ ਕੇ ਹੀ ਮੈਨੂੰ ਇਹ ਪਤਾ ਲੱਗਾ। ਉਹ ਆਦਮੀ ਹੁਣ ਵਾਪਸ ਚਲਾ ਗਿਆ ਸੀ, ਪਰ ਮੇਰਾ ਸਾਰਾ ਧਿਆਨ ਅਜੇ ਵੀ ਉਸ ਵੱਲ ਹੀ ਸੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਜੇ ਉਹ ਇੰਨੇ ਵੱਡੇ ਘਰ ਦਾ ਮਾਲਕ ਹੈ ਤਾਂ ਮੇਰੇ ਨਾਲ ਅਜਿਹੀਆਂ ਹਰਕਤਾਂ ਕਿਉਂ ਕਰ ਰਿਹਾ ਹੈ। ਮੇਰਾ ਰੁਤਬਾ ਉਸ ਦੇ ਮੁਕਾਬਲੇ ਕੁਝ ਵੀ ਨਹੀਂ। ਉਸਨੇ ਦੁਬਾਰਾ ਮੈਨੂੰ ਹੋਰ ਪੈਸੇ ਦਿੱਤੇ ਅਤੇ ਇਹ ਇੰਨੇ ਸਨ ਕਿ ਮੈਂ ਇਸ ਨੂੰ ਦੇਖ ਕੇ ਖੁਸ਼ ਹੋ ਗਈ, ਪਰ ਉਸ ਦੀ ਦਰਿਆਦਿਲੀ ਦਾ ਇਹ ਸਿਲਸਿਲਾ ਮੈਨੂੰ ਸਮਝ ਨਹੀਂ ਆ ਰਿਹਾ ਸੀ। ਅਗਲੇ ਦਿਨ ਉਹ ਫਿਰ ਆਇਆ ਤੇ ਇਸ ਵਾਰ ਮੇਰੇ ਹੱਥ ਨੂੰ ਛੂਹਣ ਤੋਂ ਬਾਅਦ ਉਹ ਵਾਪਸ ਜਾਣ ਦੀ ਬਜਾਏ ਮੇਰੇ ਨਾਲ ਗੱਲ ਕਰਨ ਲੱਗਾ। ਉਹ ਮੈਨੂੰ ਮੇਰੇ ਬਾਰੇ ਪੁੱਛ ਰਿਹਾ ਸੀ। ਮੈਂ ਉਸ ਨੂੰ ਸਭ ਕੁਝ ਸੱਚ-ਸੱਚ ਦੱਸ ਦਿੱਤਾ। ਉਹ ਆਪ ਹੀ ਮੈਨੂੰ ਦੱਸਣ ਲੱਗਾ ਕਿ ਮੇਰਾ ਨਾਮ ਅਰਪਿਤ ਹੈ। ਉਸਨੇ ਦੱਸਿਆ ਕਿ ਇਸ ਘਰ ਵਿੱਚ ਮੇਰੀ ਪਤਨੀ ਅਤੇ ਮੇਰਾ ਲੜਕਾ ਰਹਿੰਦੇ ਹਨ ਅਤੇ ਮੇਰੇ ਕੋਲ ਧਨ ਦੀ ਕੋਈ ਕਮੀ ਨਹੀਂ। ਮੈਨੂੰ ਸਿਰਫ ਇੱਕ ਚੰਗੀ ਨੌਕਰਾਨੀ ਦੀ ਲੋੜ ਹੈ। ਮੈਨੂੰ ਇਹ ਸੁਣ ਕੇ ਹੈਰਾਨੀ ਹੋਈ ਕਿ ਉਹ ਵਿਆਹਿਆ ਹੋਇਆ ਸੀ, ਪਰ ਫਿਰ ਵੀ ਉਹ ਮੇਰੇ ਨਾਲ ਅਜਿਹਾ ਵਿਵਹਾਰ ਕਰ ਰਿਹਾ ਸੀ ਜਿਵੇਂ ਉਹ ਕੁਆਰਾ ਹੋਵੇ। ਕੁਝ ਦਿਨ ਇਸ ਤਰ੍ਹਾਂ ਚੱਲਦਾ ਰਿਹਾ। ਫਿਰ ਇੱਕ ਦਿਨ ਉਹ ਮੈਨੂੰ ਕਹਿਣ ਲੱਗਾ ਕਿ ਗੀਤਾ, ਤੂੰ ਖਿਡੌਣੇ ਵੇਚਣ ਦਾ ਕੰਮ ਬੰਦ ਕਰਕੇ ਮੇਰੇ ਘਰ ਕੰਮ ਕਰਨ ਲੱਗ ਜਾ। ਮੈਂ ਤੁਹਾਨੂੰ ਬਹੁਤ ਵਧੀਆ ਤਨਖਾਹ ਦੇਵਾਂਗਾ ਅਤੇ ਤੁਹਾਨੂੰ ਇਸ ਤਰ੍ਹਾਂ ਜਗ੍ਹਾ-ਜਗ੍ਹਾ ਭਟਕਣ ਤੋਂ ਵੀ ਛੁਟਕਾਰਾ ਮਿਲੇਗਾ। ਘਰ ਵਿੱਚ ਰਹਿਣ ਦੇ ਨਾਲ-ਨਾਲ ਉਹ ਮੈਨੂੰ 30,000 ਰੁਪਏ ਪ੍ਰਤੀ ਮਹੀਨਾ ਤਨਖਾਹ ਦੀ ਪੇਸ਼ਕਸ਼ ਵੀ ਕਰ ਰਿਹਾ ਸੀ, ਜੋ ਕਿ ਮੇਰੇ ਲਈ ਬਹੁਤ ਵੱਡੀ ਰਕਮ ਸੀ। ਇੰਨੇ ਪੈਸਿਆਂ ਬਾਰੇ ਸੁਣ ਕੇ ਮੈਂ ਹੈਰਾਨ ਰਹਿ ਗਈ। ਜੇ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਸ਼ਹਿਰ ਵਿੱਚ ਨੌਕਰਾਨੀ ਦੀ ਤਨਖਾਹ ਇੰਨੀ ਜ਼ਿਆਦਾ ਹੈ ਤਾਂ ਮੈਂ ਪਹਿਲਾਂ ਹੀ ਕਿਸੇ ਵੀ ਘਰ ਵਿੱਚ ਨੌਕਰਾਨੀ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੰਦੀ। ਮੈਂ 3 ਮਹੀਨਿਆਂ ਵਿੱਚ ਹੀ ਇੰਨੇ ਪੈਸੇ ਨਹੀਂ ਕਮਾ ਸਕੀ ਸੀ। ਮੈਨੂੰ ਪੈਸਿਆਂ ਦੀ ਸਖਤ ਲੋੜ ਸੀ ਕਿਉਂਕਿ ਮੈਂ ਆਪਣੀ ਧੀ ਨੂੰ ਸਕੂਲ ਵਿੱਚ ਦਾਖਲਾ ਕਰਵਾਉਣਾ ਚਾਹੁੰਦੀ ਸੀ ਅਤੇ ਮੈਂ ਘਰ ਦਾ ਕਿਰਾਇਆ ਵੀ ਦੇਣਾ ਸੀ ਅਤੇ ਇਸ ਲਾਲਚ ਕਾਰਨ ਮੈਂ ਖਿਡੌਣੇ ਵੇਚਣ ਦਾ ਕੰਮ ਬੰਦ ਕਰ ਦਿੱਤਾ ਅਤੇ ਬਿਨਾਂ ਸੋਚੇ ਸਮਝੇ ਉਸ ਆਦਮੀ ਦੀ ਪੇਸ਼ਕਸ਼ ਸਵੀਕਾਰ ਕਰ ਲਈ। ਉਸ ਆਦਮੀ ਨੇ ਮੈਨੂੰ ਕਿਹਾ ਕਿ ਤੁਹਾਨੂੰ ਉਹੀ ਕੰਮ ਕਰਨਾ ਪਵੇ ਜੋ ਮੈਂ ਕਹਾਂਗਾ। ਮੈਂ ਸੋਚਿਆ
ਕਿ ਨੌਕਰਾਣੀ ਦਾ ਕੰਮ ਘਰ ਸਾਫ਼ ਕਰਨਾ, ਭਾਂਡੇ ਧੋਣਾ ਅਤੇ ਰਸੋਈ ਵਿੱਚ ਖਾਣਾ ਬਣਾਉਣਾ ਹੀ ਹੁੰਦਾ ਹੈ। ਮੈਂ ਇਹਨਾਂ ਕੰਮਾਂ ਵਿੱਚ ਮਾਹਰ ਸੀ ਕਿਉਂਕਿ ਮੈਂ ਇੱਕ ਘਰੇਲੂ ਔਰਤ ਸੀ ਅਤੇ ਜ਼ਿਆਦਾਤਰ ਕੰਮ ਇੱਕ ਘਰੇਲੂ ਔਰਤ ਦੁਆਰਾ ਹੀ ਕੀਤਾ ਜਾਂਦੇ ਸਨ। ਪਿੰਡ ਵਿੱਚ ਵੀ ਮੈਂ ਘਰ ਦਾ ਸਾਰਾ ਕੰਮ ਇਕੱਲੀ ਹੀ ਕਰਦੀ ਸੀ। ਮੈਂ ਫੈਸਲਾ ਕਰ ਲਿਆ ਸੀ ਕਿ ਪਹਿਲਾਂ ਕੁਝ ਦਿਨ ਮੈਂ ਇਸ ਘਰ ਵਿੱਚ ਇਕੱਲੀ ਰਹਾਂ ਅਤੇ ਫਿਰ ਕੁਝ ਦਿਨਾਂ ਬਾਅਦ ਮੈਂ ਆਪਣੀ ਧੀ ਅਤੇ ਨਣਦ ਨੂੰ ਵੀ ਇੱਥੇ ਬੁਲਾਵਾਂ ਤਾਂ ਕਿ ਕਿਰਾਏ ਦੀ ਪਰੇਸ਼ਾਨੀ ਤੋਂ ਬਚਿਆ ਜਾ ਸਕੇ। ਮੈਂ ਆਪਣੇ ਕੁਝ ਕੱਪੜੇ ਅਤੇ ਸਮਾਨ ਲੈ ਕੇ ਉਸ ਆਦਮੀ ਦੇ ਘਰ ਚਲੀ। ਉਸਨੇ ਮੈਨੂੰ ਰਹਿਣ ਲਈ ਨੌਕਰ ਵਾਲਾ ਕੁਆਟਰ ਦਿੱਤਾ। ਮੈਂ ਆਪਣੇ ਨਣਦ ਨੂੰ ਦੱਸ ਕੇ ਆਈ ਸੀ ਕਿ ਮੈਨੂੰ ਇੱਕ ਵੱਡੇ ਘਰ ਵਿੱਚ ਨੌਕਰਾਣੀ ਦੀ ਨੌਕਰੀ ਮਿਲੀ ਹੈ। ਹੁਣ ਮੈਂ ਕੁਝ ਦਿਨ ਉੱਥੇ ਰਹਿ ਕੇ ਕੁਝ ਕੰਮ ਕਰਾਂਗੀ ਅਤੇ ਕੁਝ ਪੈਸੇ ਕਮਾ ਕੇ ਉਸ ਤੋਂ ਬਾਅਦ ਮੈਂ ਤੁਹਾਨੂੰ ਅਤੇ ਮੇਰੀ ਬੇਟੀ ਨੂੰ ਵੀ ਬੁਲਾਵਾਂਗੀ। ਮੇਰੀ ਨਣਦ ਇਸ ਤੋਂ ਸੰਤੁਸ਼ਟ ਹੋ ਗਈ ਅਤੇ ਉਹ ਵੀ ਇੰਨੇ ਪੈਸਿਆਂ ਬਾਰੇ ਸੁਣ ਕੇ ਬਹੁਤ ਖੁਸ਼ ਹੋਈ ਕਿਉਂਕਿ ਹੁਣ ਸਾਨੂੰ ਉਮੀਦ ਦੀ ਕਿਰਨ ਦਿਖਾਈ ਦੇ ਰਹੀ। ਸਾਡੀ ਹਾਲਾਤ ਹੁਣ ਹੌਲੀ-ਹੌਲੀ ਠੀਕ ਹੋ ਰਹੇ ਸੀ। ਸਭ ਤੋਂ ਪਹਿਲਾਂ ਉਸ ਆਦਮੀ ਨੇ ਮੈਨੂੰ ਕੁਝ ਚੰਗੇ ਕੱਪੜੇ ਦਿੱਤੇ ਅਤੇ ਕਿਹਾ ਕਿ ਤੁਹਾਡੇ ਕੱਪੜੇ ਬਹੁਤ ਪੁਰਾਣੇ ਅਤੇ ਮੈਲੇ ਹੋ ਗਏ ਹਨ, ਹੁਣ ਤੁਸੀਂ ਇਹਨਾਂ ਨੂੰ ਸੁੱਟ ਦਿਓ ਅਤੇ ਮੇਰੇ ਦੁਆਰਾ ਦਿੱਤੇ ਕੱਪੜੇ ਪਹਿਨੋ। ਉਹ ਕੱਪੜੇ ਬਹੁਤ ਚੰਗੇ ਅਤੇ ਮਹਿੰਗੇ ਲੱਗਦੇ ਸਨ। ਮੈਂ ਮਾਲਕ ਦੀ ਦਿਆਲਤਾ ਲਈ ਦਿਲੋਂ ਧੰਨਵਾਦ ਕੀਤਾ। ਮੈਂ ਮੁਸਕਰਾਉਂਦੇ ਹੋਏ ਕਿਹਾ, ਬਾਬੂ ਜੀ, ਮੈਂ ਤੁਹਾਡੀ ਪਤਨੀ ਨੂੰ ਵੀ ਮਿਲਣਾ ਚਾਹੁੰਦੀ ਤਾਂ ਜੋ ਮੈਂ ਮਾਲਕਣ ਨੂੰ ਮਿਲ ਕੇ ਪ੍ਰਣਾਮ ਕਰ ਸਕਾਂ। ਮੇਰੀ ਗੱਲ ਸੁਣ ਕੇ ਮਾਲਕ ਮੁਸਕਰਾ ਕੇ ਬੋਲਿਆ ਕਿ ਮੇਰੀ ਪਤਨੀ ਕਾਫੀ ਦੇਰ ਤੋਂ ਆਪਣੇ ਪੇਕੇ ਘਰ ਗਈ ਹੋਈ ਹੈ। ਉਸ ਦਾ ਪੇਕਾ ਘਰ ਮੁੰਬਈ ਵਿੱਚ ਹੈ ਅਤੇ ਉਹ 2-3 ਮਹੀਨਿਆਂ ਤੋਂ ਪਹਿਲਾਂ ਵਾਪਸ ਨਹੀਂ ਆਉਂਦੀ। ਮਾਲਕ ਦੀਆਂ ਗੱਲਾਂ ਸੁਣ ਕੇ ਮੈਂ ਤਾਂ ਚੁੱਪ ਹੋ ਗਈ, ਪਰ ਮਨ ਹੀ ਮਨ ਵਿੱਚ ਸੋਚਣ ਲੱਗੀ ਕਿ ਉਸ ਦੀ ਪਤਨੀ ਕਿਹੋ ਜਿਹੀ ਔਰਤ ਹੈ ਜੋ ਆਪਣੇ 4 ਸਾਲ ਦੇ ਬੇਟੇ ਨੂੰ ਛੱਡ ਕੇ ਆਪਣੇ ਪੇਕੇ ਘਰ ਚਲੀ ਗਈ। ਅਤੇ ਫਿਰ ਇਹ ਖਿਆਲ ਵੀ ਮੇਰੇ ਮਨ ਵਿੱਚ ਆਉਣ ਲੱਗਾ ਕਿ ਮਾਲਕ ਵੀ ਕਿਹੋ ਜਿਹੇ ਆਦਮੀ ਹਨ। ਰਾਤ ਨੂੰ ਮਾਲਕ ਕਹਿਣ ਲੱਗਾ ਕਿ ਤੁਸੀਂ ਆਪਣੇ ਕਮਰੇ ਵਿੱਚ ਜਾ ਕੇ ਆਰਾਮ ਕਰੋ। ਮੇਰੇ ਤੋਂ ਇਲਾਵਾ ਘਰ ਵਿੱਚ ਇੱਕ ਹੋਰ ਨੌਕਰਾਣੀ ਵੀ ਮੌਜੂਦ ਸੀ ਜਿਸ ਦਾ ਕੰਮ ਘਰ ਦੀ ਸਫਾਈ ਕਰਨਾ ਸੀ ਅਤੇ ਰਾਤ ਦਾ ਖਾਣਾ ਖਾਣ ਤੋਂ ਬਾਅਦ ਉਹ ਰਾਤ ਦੇ ਭਾਂਡੇ ਵੀ ਧੋਂਦੀ ਸੀ। ਰਾਤ ਦਾ ਖਾਣਾ ਖਾਣ ਤੋਂ ਬਾਅਦ ਨੌਕਰਾਣੀ ਆਪਣੇ ਨੌਕਰ ਕੁਆਟਰ ਵਿੱਚ ਚਲੀ ਗਈ ਸੀ ਅਤੇ ਰਾਤ ਦਾ ਖਾਣਾ ਖਾਣ ਤੋਂ ਬਾਅਦ ਮੈਂ ਵੀ ਆਪਣੇ ਕੁਆਟਰ ਵਿੱਚ ਆ ਕੇ ਆਰਾਮ ਕਰਨ ਲਈ ਲੇਟ ਗਈ। ਮੈਂ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਕੀਤਾ ਹੀ ਸੀ ਕਿ ਅਚਾਨਕ ਕਮਰੇ ਦਾ ਦਰਵਾਜ਼ਾ ਖੜਕਣ ਲੱਗਾ। ਜਦੋਂ ਮੈਂ ਉੱਠ ਕੇ ਦਰਵਾਜ਼ਾ ਖੋਲ੍ਹਿਆ ਤਾਂ ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਮਾਲਕ ਆਪ ਕੌਫੀ ਦਾ ਕੱਪ ਲੈ ਕੇ ਮੇਰੇ ਕਮਰੇ ਵਿੱਚ ਆਇਆ ਅਤੇ ਕਹਿਣ ਲੱਗਾ ਕਿ ਅੱਜ ਬਹੁਤ ਠੰਡ ਪੈ ਰਹੀ ਹੈ। ਮੈਂ ਸੋਚਿਆ ਕਿ ਮੈਂ ਤੁਹਾਡੇ ਲਈ ਕੁਝ ਲੈ ਜਾਵਾਂ। ਮਾਲਕ ਬਹੁਤ ਚੰਗੀ ਤਰ੍ਹਾਂ ਤਿਆਰ ਹੋ ਕੇ ਆਏ ਸਨ ਅਤੇ ਉਹਨਾਂ ਨੇ ਇੱਕ ਨਾਈਟ ਸੂਟ ਪਾਇਆ ਹੋਇਆ ਸੀ। ਉਹਨਾਂ ਦੇ ਅੰਦਰੋਂ ਬਹੁਤ ਹੀ ਵਧੀਆ ਪਰਫਿਊਮ ਦੀ ਮਹਿਕ ਆ ਰਹੀ। ਉਹ ਬਹੁਤ ਸਮਾਰਟ ਲੱਗ ਰਹੇ ਸੀ। ਜਦੋਂ ਮਾਲਕਣ ਘਰ ਨਹੀਂ ਸੀ ਤਾਂ ਪਤਾ ਨਹੀਂ ਮਾਲਕ ਇੰਨੀ ਦੇਰ ਰਾਤ ਕਿਸ ਲਈ ਤਿਆਰ ਹੋਏ ਸਨ। ਮੈਂ ਇਸ ਸ਼ਹਿਰ ਦੇ ਲੋਕਾਂ ਦੀ ਗੱਲ ਸਮਝ ਨਹੀਂ ਸਕੀ, ਇੱਥੋਂ ਤੱਕ ਕਿ ਜਦੋਂ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਸਨ ਤਾਂ ਉਹ ਚੰਗੀ ਤਰ੍ਹਾਂ ਤਿਆਰ ਹੋ ਕੇ ਬਾਹਰ ਨਿਕਲਦੇ ਸਨ। ਮੈਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੁੰਦੀ ਸੀ। ਮੇਰੇ ਪਿੰਡ ਵਿੱਚ ਮਰਦ ਔਰਤਾਂ ਜ਼ਿਆਦਾਤਰ ਵਿਆਹ ਦੇ ਮੌਕੇ ਤੇ ਹੀ ਤਿਆਰ ਹੁੰਦੇ ਸਨ। ਮੈਂ ਮਾਲਕ ਦੇ ਹੱਥਾਂ ਵੱਲ ਧਿਆਨ ਨਾਲ ਦੇਖਿਆ। ਮੇਰਾ ਤਾਂ ਸ਼ਹਿਰ ਦੀ ਕੌਫੀ ਪੀਣ ਨੂੰ ਬਹੁਤ ਦਿਲ ਕਰਦਾ ਸੀ, ਨਹੀਂ ਤਾਂ ਮੈਂ ਹੁਣ ਤੱਕ ਪਿੰਡ ਦੀ ਚਾਹ ਹੀ ਪੀਤੀ ਸੀ। ਜਦੋਂ ਮੈਂ ਮਾਲਕ ਦੇ ਹੱਥੋਂ ਕੌਫੀ ਦਾ ਕੱਪ ਲੈ ਲਿਆ ਤਾਂ ਇੱਕ ਵਾਰ ਫਿਰ ਮਾਲਕ ਦੇ ਹੱਥ ਨੇ ਮੈਨੂੰ ਛੂਹਿਆ ਅਤੇ ਮੇਰੇ ਅੰਦਰ ਅਜੀਬ ਜਿਹੀਆਂ ਭਾਵਨਾਵਾਂ ਪੈਦਾ ਹੋ ਗਈਆਂ। ਰਾਤ ਦੇ ਇਸ ਸਮੇਂ ਇੱਕ ਅਜਨਬੀ ਆਦਮੀ ਦਾ ਮੇਰੇ ਇੰਨਾ ਨੇੜੇ ਆਉਣਾ ਮੇਰੇ ਅੰਦਰ ਹਲਚਲ ਪੈਦਾ ਕਰ ਗਈ। ਮੈਨੂੰ ਆਪਣੇ ਪਤੀ ਰਣਜੀਤ ਦੀ ਯਾਦ ਆਉਣ ਲੱਗੀ। ਮਾਲਕ ਕਮਰੇ ਦੇ ਅੰਦਰ ਆ ਗਿਆ ਅਤੇ ਮੇਰੇ ਮੰਜੇ ਤੇ ਮੇਰੇ ਬਿਲਕੁਲ ਨੇੜੇ ਬੈਠਾ ਸੀ ਅਤੇ ਮੈਂ ਇੱਕ ਮੁਟਿਆਰ ਜਵਾਨ ਸੀ ਜੋ ਆਪਣੇ ਪਤੀ ਤੋਂ ਬਿਨਾਂ 3 ਮਹੀਨਿਆਂ ਤੋਂ ਸ਼ਹਿਰ ਵਿੱਚ ਘੁੰਮ ਰਹੀ ਸੀ। ਮੇਰੇ ਵੀ ਕੁਝ ਜਜ਼ਬਾਤ ਸਨ। ਮਾਲਕ ਬਹੁਤ ਹਸਮੁਖ ਅਤੇ ਦਿਆਲੂ ਸਨ। ਮੈਂ ਉਸ ਵੱਲੋਂ ਦਿੱਤੀ ਨੌਕਰੀ ਤੋਂ ਕਾਫੀ ਖੁਸ਼ ਸੀ। ਜੇਕਰ ਮੈਨੂੰ ਅਜੇ ਛੋਟੇ ਜਿਹੇ ਕੰਮ ਲਈ 30,000 ਰੁਪਏ ਮਿਲ ਰਹੇ ਸਨ ਤਾਂ ਇਹ ਮੇਰੀ ਚੰਗੀ ਕਿਸਮਤ ਸੀ। ਮੈਨੂੰ ਇੱਥੇ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਸੀ। ਦਿਨ ਐਵੇਂ ਹੀ ਲੰਘ ਰਹੇ। 2-3 ਵਾਰ ਮੈਂ ਮਾਲਕ ਨੂੰ ਮੋਬਾਈਲ ਤੇ ਗੰਦੀਆਂ ਵੀਡੀਓ ਦੇਖਦਿਆਂ ਵੀ ਦੇਖਿਆ ਸੀ ਜਿਨ੍ਹਾਂ ਵੱਲ ਦੇਖਦਿਆਂ ਹੀ ਮੈਂ ਸ਼ਰਮ ਨਾਲ ਪਾਣੀ ਹੋ ਜਾਂਦੀ ਸੀ। ਰਾਤ ਨੂੰ ਇੱਕ ਵਾਰ ਫਿਰ ਮਾਲਕ ਮੇਰੇ ਲਈ ਕੌਫੀ ਦਾ ਕੱਪ ਲੈ ਕੇ ਮੇਰੇ ਕਮਰੇ ਵਿੱਚ ਆਇਆ। ਮੈਂ ਹੈਰਾਨ ਸੀ ਕਿ ਕੋਈ ਮਾਲਕ ਨੌਕਰਾਣੀ ਤੇ ਇੰਨਾ ਮਿਹਰਬਾਨ ਕਿਵੇਂ ਹੋ ਸਕਦਾ ਹੈ ਕਿ ਉਹ ਖੁਦ ਕੌਫੀ ਬਣਾ ਕੇ ਨੌਕਰਾਣੀ ਦੇ ਕੁਆਟਰ ਵਿੱਚ ਲਿਆਉਂਦਾ ਹੈ। ਕੌਫੀ ਦੇਣ ਤੋਂ ਬਾਅਦ ਮਾਲਕ ਕੁਝ ਦੇਰ ਮੇਰੇ ਨਾਲ ਗੱਲਾਂ ਕਰਦਾ ਹੈ ਤੇ ਜਿਸ ਤੋਂ ਬਾਅਦ ਉਹ ਚਲਾ ਜਾਂਦਾ ਹੈ। ਮੈਂ ਕੌਫੀ ਪੀਤੀ ਤੇ ਮੈਨੂੰ ਕੌਫੀ ਬਹੁਤ ਪਸੰਦ ਆਈ ਕਿਉਂਕਿ ਮੈਂ ਇਹ ਕੌਫੀ ਨਾਮ ਦੀ ਚੀਜ਼ ਸ਼ਹਿਰ ਆਉਣ ਤੋਂ ਬਾਅਦ ਹੀ ਪੀਤੀ ਸੀ। ਲੇਟਦਿਆਂ ਹੀ ਮੈਂ ਸੌਂ ਗਈ। ਸਵੇਰੇ ਜਦੋਂ ਮੇਰੀ ਅੱਖ ਖੁੱਲੀ ਤਾਂ ਮੇਰਾ ਸਰੀਰ ਬੁਰੀ ਤਰ੍ਹਾਂ ਦਰਦ ਕਰ ਰਿਹਾ ਸੀ ਅਤੇ ਮੇਰੇ ਬਿਸਤਰੇ ਦੀ ਚਾਦਰ ਇਸ
ਤਰ੍ਹਾਂ ਪਈ ਸੀ ਜਿਵੇਂ ਕੋਈ ਸਾਰੀ ਰਾਤ ਮੰਜੇ ਤੇ ਲੜਦਾ ਰਿਹਾ ਹੋਵੇ। ਮੈਂ ਹੈਰਾਨ ਸੀ ਕਿਉਂਕਿ ਅੱਜ ਤੱਕ ਅਜਿਹਾ ਨਹੀਂ ਹੋਇਆ ਸੀ। ਰਾਤ ਨੂੰ ਵੀ ਮੈਂ ਇੱਕ ਪਾਸੇ ਹੀ ਸੌਂਦੀ, ਉਸ ਪਾਸੇ ਹੀ ਸਵੇਰੇ ਮੇਰੀ ਅੱਖ ਖੁੱਲਦੀ ਸੀ ਤਾਂ ਫਿਰ ਚਾਦਰ ਕਿਵੇਂ ਖਿਲਰੀ ਪਈ ਅਤੇ ਮੇਰਾ ਸਰੀਰ ਵੀ ਗੰਦਾ ਗੰਦਾ ਲੱਗ ਰਿਹਾ ਸੀ। ਫਿਰ ਮੈਂ ਨਹਾਉਣ ਚਲੀ ਗਈ ਤੇ ਉਸ ਤੋਂ ਬਾਅਦ ਕੰਮ ਕਰਨ ਲੱਗ ਗਈ ਤੇ ਸਾਰਾ ਦਿਨ ਮੈਨੂੰ ਇੱਕ ਹੀ ਗੱਲ ਪਰੇਸ਼ਾਨ ਕਰਦੀ ਰਹੀ ਕਿ ਰਾਤ ਨੂੰ ਆਖਰ ਕੀ ਹੁੰਦਾ ਹੈ, ਮੈਨੂੰ ਇੰਨੀ ਨੀਂਦ ਕਿਵੇਂ ਆਉਂਦੀ ਹੈ ਤੇ ਰਾਤ ਨੂੰ ਸਾਰਾ ਕੁਝ ਇਸ ਤਰ੍ਹਾਂ ਇੱਧਰ ਉੱਧਰ ਕਿਵੇਂ ਹੋ ਜਾਂਦਾ ਹੈ। ਅੱਜ ਰਾਤ ਫਿਰ ਮਾਲਕ ਮੇਰੇ ਲਈ ਕੌਫੀ ਲੈ ਕੇ ਆਈ। ਕੱਲ ਰਾਤ ਮੈਨੂੰ ਲੱਗਿਆ ਜਿਵੇਂ ਕੌਫੀ ਪੀਣ ਤੋਂ ਬਾਅਦ ਮੈਨੂੰ ਨੀਂਦ ਆਉਣ ਲੱਗੀ ਸੀ। ਅੱਜ ਮੈਂ ਸੋਚਿਆ ਕਿ ਕੌਫੀ ਪੀਣ ਦੀ ਥਾਂ ਕੌਫੀ ਡੋਲ ਦਿੰਦੀ ਹਾਂ, ਦੇਖਦੀ ਹਾਂ ਕਿ ਰਾਤ ਨੂੰ ਮੇਰੇ ਨਾਲ ਕੀ ਹੁੰਦਾ ਹੈ। ਉਹ ਕੌਫੀ ਨੂੰ ਮਾਲਕ ਦੀ ਨਜ਼ਰ ਤੋਂ ਛੁਪਾ ਕੇ ਮੈਂ ਆਪਣੀ ਸੀਟ ਦੇ ਹੇਠਾਂ ਰੱਖੇ ਡਸਟਬਿਨ ਵਿੱਚ ਡੋਲ ਦਿੱਤੀ ਅਤੇ ਅੱਖਾਂ ਬੰਦ ਕਰਕੇ ਲੇਟ ਗਈ। ਉਸ ਤੋਂ ਬਾਅਦ ਮਾਲਕ ਚਲੇ ਗਏ। ਮੈਨੂੰ ਲੇਟੇ ਹੋਏ ਬਹੁਤੀ ਦੇਰ ਨਹੀਂ ਹੋਈ ਸੀ ਕਿ ਮੈਨੂੰ ਕਮਰੇ ਵਿੱਚ ਦੁਬਾਰਾ ਕਿਸੇ ਦੀ ਮੌਜੂਦਗੀ ਮਹਿਸੂਸ ਹੋਈ। ਮੈਂ ਅੱਖਾਂ ਬੰਦ ਕਰਕੇ ਪਈ ਰਹੀ ਤੇ ਫਿਰ ਮੈਨੂੰ ਆਪਣੇ ਬਿਸਤਰੇ ਤੇ ਕਿਸੇ ਦੀ ਮੌਜੂਦਗੀ ਮਹਿਸੂਸ ਹੋਈ, ਜਿਵੇਂ ਕੋਈ ਆ ਕੇ ਮੇਰੇ ਕੋਲ ਲੇਟ ਗਿਆ ਹੋਵੇ। ਅਤੇ ਫਿਰ ਜਿਵੇਂ ਹੀ ਮੈਂ ਆਪਣੇ ਸਰੀਰ ਤੇ ਕਿਸੇ ਦਾ ਹੱਥ ਮਹਿਸੂਸ ਕੀਤਾ, ਮੇਰੀ ਜਾਨ ਨਿਕਲ ਗਈ ਕਿਉਂਕਿ ਇਹ ਪਰਫਿਊਮ ਦੀ ਮਹਿਕ ਮੈਨੂੰ ਦੱਸ ਰਹੀ ਕਿ ਇਹ ਕੋਈ ਹੋਰ ਨਹੀਂ ਬਲਕਿ ਉਹ ਮੇਰਾ ਮਾਲਕ ਹੈ। ਇਹ ਸੋਚਦਿਆਂ ਹੀ ਮੈਂ ਆਪਣੇ ਹੋਸ਼ ਗਵਾ ਬੈਠੀ ਕਿ ਅੱਧੀ ਰਾਤ ਨੂੰ ਮੇਰਾ ਮਾਲਕ ਮੇਰੇ ਕਮਰੇ ਵਿੱਚ ਕੀ ਕਰ ਰਿਹਾ ਸੀ। ਜੋ ਕੁਝ ਵੀ ਮਾਲਕ ਨੇ ਹੌਲੀ ਹੌਲੀ ਮੇਰੇ ਨਾਲ ਕੀਤਾ, ਉਸ ਤੋਂ ਬਾਅਦ ਮੇਰੇ ਲਈ ਅੱਖਾਂ ਬੰਦ ਕਰਨਾ ਔਖਾ ਹੋ ਗਿਆ। ਅੱਜ ਪਹਿਲੀ ਵਾਰ ਮੈਨੂੰ ਹੋਸ਼ ਆਇਆ ਅਤੇ ਮੈਨੂੰ ਪਤਾ ਲੱਗਾ ਕਿ ਹਰ ਰਾਤ ਮੇਰੇ ਨਾਲ ਕੀ ਹੋ ਰਿਹਾ ਸੀ। ਮੈਂ ਅੱਖਾਂ ਖੋਲੀਆਂ, ਮੈਨੂੰ ਜਾਗਦਾ ਦੇਖ ਕੇ ਮਾਲਕ ਤੁਰੰਤ ਪਰੇਸ਼ਾਨ ਹੋ ਗਿਆ ਅਤੇ ਮੈਨੂੰ ਕਿਹਾ, ਗੀਤਾ ਅੱਜ ਤੈਨੂੰ ਨੀਂਦ ਨਹੀਂ ਆਈ? ਮੈਂ ਘਬਰਾ ਗਈ ਅਤੇ ਮਾਲਕ ਨੂੰ ਪੁੱਛਿਆ, ਤੁਸੀਂ ਇਹ ਸਭ ਕੀ ਕਰ ਰਹੇ ਹੋ? ਮਾਲਕ ਨੇ ਜੋ ਕਿਹਾ ਉਸ ਤੋਂ ਬਾਅਦ ਮੈਂ ਪੂਰੀ ਤਰ੍ਹਾਂ ਭੜਕ ਗਈ। ਮਾਲਕ ਕਹਿਣ ਲੱਗਾ ਕਿ ਮੇਰੀ ਘਰ ਵਾਲੀ ਬੁੱਢੀ ਹੈ ਅਤੇ ਉਸ ਦੀ ਉਮਰ 60 ਸਾਲ ਹੈ। ਉਹ ਮੇਰੀਆਂ ਸਰੀਰਕ ਇੱਛਾਵਾਂ ਪੂਰੀਆਂ ਕਰਨ ਦੇ ਸਮਰਥ ਨਹੀਂ ਹੈ। ਇਸੇ ਲਈ ਜਦੋਂ ਮੈਂ ਤੁਹਾਨੂੰ ਪਹਿਲੀ ਵਾਰ ਦੇਖਿਆ ਤਾਂ ਮੈਨੂੰ ਲੱਗਾ ਕਿ ਤੁਸੀਂ ਹੀ ਅਜਿਹੀ ਔਰਤ ਹੋ ਜੋ ਮੇਰੀ ਅਧੂਰੀ ਇੱਛਾ ਪੂਰੀ ਕਰ ਸਕਦੀ। ਇਸੇ ਲਈ ਮੈਂ ਤੁਹਾਨੂੰ ਇੰਨੀ ਜ਼ਿਆਦਾ ਤਨਖਾਹ ਤੇ ਆਪਣੇ ਘਰ ਰੱਖਿਆ ਹੈ। ਉਸ ਨੇ ਦੱਸਿਆ ਕਿ ਮੇਰੀ ਪਤਨੀ ਇੱਕ ਵਿਆਹੁਤਾ ਔਰਤ ਸੀ ਅਤੇ ਮੈਂ ਕੁਆਰਾ ਸੀ। ਮੇਰੀ ਪਤਨੀ ਉਹ ਔਰਤ ਸੀ ਜਿਸ ਦੇ ਪਤੀ ਨੇ ਉਸ ਨੂੰ ਵਿਆਹ ਦੇ 25 ਸਾਲ ਬਾਅਦ ਹੀ ਬੱਚਾ ਨਾ ਹੋਣ ਤੇ ਘਰੋਂ ਕੱਢ ਦਿੱਤਾ ਸੀ ਅਤੇ ਉਸ ਨੂੰ ਤਲਾਕ ਦੇ ਦਿੱਤਾ। ਉਸ ਦਾ ਕੋਈ ਸਹਾਰਾ ਨਹੀਂ ਸੀ। ਉਹ ਬੇਸਹਾਰਾ ਔਰਤ ਸੜਕ ਤੇ ਇਕੱਲੀ ਘੁੰਮ ਰਹੀ ਸੀ। ਇਸ ਲਈ ਮੈਂ ਉਸ ਨੂੰ ਸਹਾਰਾ ਦੇ ਕੇ ਆਪਣੇ ਘਰ ਰੱਖਿਆ ਅਤੇ ਕਈ ਤਰ੍ਹਾਂ ਦੇ ਬਹਾਨੇ ਉਸ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਮੈਂ ਉਸ ਔਰਤ ਨੂੰ ਵਿਆਹ ਬਾਰੇ ਕਿਹਾ ਤਾਂ ਉਹ ਝੱਟ ਮੰਨ ਗਈ। ਉਸ ਲਈ ਇਹ ਕਾਫੀ ਸੀ ਕਿ ਇੱਕ ਨੌਜਵਾਨ ਅਤੇ ਸੁੰਦਰ ਮੁੰਡਾ ਖੁਦ ਉਸ ਨੂੰ ਆਪਣੇ ਨਾਲ ਵਿਆਹ ਕਰਨ ਲਈ ਕਹਿ ਰਿਹਾ ਸੀ। ਮੈਂ ਇਹ ਸੋਚ ਕੇ ਆਪਣੀ ਬੁੱਢੀ ਪਤਨੀ ਨਾਲ ਵਿਆਹ ਕੀਤਾ ਕਿ ਇਸ ਤਰ੍ਹਾਂ ਘੱਟੋ ਘੱਟ ਇੱਕ ਬੇਸਹਾਰਾ ਔਰਤ ਨੂੰ ਸਹਾਰਾ ਮਿਲ ਜਾਵੇ ਅਤੇ ਉਹ ਦੁਨੀਆ ਦੀਆਂ ਬੁਰੀਆਂ ਨਜ਼ਰਾਂ ਤੋਂ ਬਚ ਜਾਵੇਗੀ। ਪਰ ਮੈਂ ਉਸ ਔਰਤ ਨੂੰ ਨਹੀਂ ਜਾਣਦਾ ਜਿਸ ਨਾਲ ਮੈਂ ਵਿਆਹ ਕਰ ਰਿਹਾ ਸੀ। ਉਸ ਦੀ ਉਮਰ ਨੇ ਹੀ ਉਸ ਨੂੰ ਤਬਾਹ ਕਰ ਦਿੱਤਾ ਹੈ। ਉਹ ਮੇਰੀ ਜਵਾਨੀ ਨੂੰ ਸੰਭਾਲਣ ਦੇ ਸਮਰਥ ਨਹੀਂ ਸੀ। ਮੈਂ ਉਸ ਨੂੰ ਮੇਰੀ ਇੱਛਾ ਪੂਰੀ ਕਰਨ ਲਈ ਕਹਿੰਦਾ ਤਾਂ ਉਹ ਤੰਗ ਆ ਕੇ ਉਸੇ ਸ਼ਹਿਰ ਵਿੱਚ ਆਪਣੇ ਪਰਿਵਾਰ ਕੋਲ ਵਾਪਸ ਚਲੀ ਗਈ ਜਿੱਥੋਂ ਉਹ ਆਈ ਸੀ। ਮੈਂ ਕਿਹਾ, ਪਰ ਤੁਹਾਡਾ ਇੱਕ ਬੱਚਾ ਵੀ ਹੈ? ਤਾਂ ਉਸਨੇ ਦੱਸਿਆ ਕਿ ਇਹ ਬੱਚਾ ਮੇਰਾ ਨਹੀਂ ਸਗੋਂ ਮੇਰੇ ਭਰਾ ਦਾ ਲੜਕਾ ਸੀ। ਮੇਰੇ ਭਰਾ ਅਤੇ ਭਾਬੀ ਦੀ ਦੁਰਘਟਨਾ ਵਿੱਚ ਮੌਤ ਹੋ ਗਈ। ਇਹ ਬੱਚਾ ਉਸ ਸਮੇਂ 1 ਸਾਲ ਦਾ ਸੀ ਅਤੇ ਜਦੋਂ ਉਹ ਵੱਡਾ ਹੋਇਆ ਤਾਂ ਮੈਨੂੰ ਪਾਪਾ ਪਾਪਾ ਕਹਿਣ ਲੱਗ ਪਿਆ। ਮੈਂ ਸੋਚਿਆ ਕਿ ਜੇ ਉਹ ਮੈਨੂੰ ਪਾਪਾ ਆਖਦਾ ਹੈ ਤਾਂ ਉਹ ਮੇਰੀ ਪਤਨੀ ਨੂੰ ਮੰਮੀ ਸਮਝੇਗਾ। ਮੈਨੂੰ ਪਤਾ ਸੀ ਕਿ ਮੇਰੀ ਬੁੱਢੀ ਪਤਨੀ ਦੇ ਪਹਿਲੇ ਪਤੀ ਤੋਂ ਵੀ ਕੋਈ ਔਲਾਦ ਨਹੀਂ, ਇਸੇ ਲਈ ਹੁਣ ਵੀ ਉਸ ਦੇ ਕੋਈ ਬੱਚੇ ਨਹੀਂ ਹੋਵੇਗਾ ਅਤੇ ਇਸ ਬੱਚੇ ਨੂੰ ਆਪਣੇ ਮਾਤਾ ਪਿਤਾ ਮਿਲ ਜਾਣਗੇ। ਇਹ ਮੇਰਾ ਪੁੱਤਰ ਨਹੀਂ ਹੈ, ਇਹ ਮੇਰੇ ਭਰਾ ਅਤੇ ਭਰਜਾਈ ਦਾ ਪੁੱਤਰ ਹੈ। ਮੈਂ ਉਸ ਨੂੰ ਆਪਣਾ ਬੱਚਾ ਸਮਝ ਕੇ ਪਾਲਿਆ ਹੈ। ਇਹ ਪਲ ਮੇਰੇ ਲਈ ਬਹੁਤ ਦੁਖਦਾਈ ਸਾਬਤ ਹੋਏ। ਮੇਰੀ ਬੁੱਢੀ ਪਤਨੀ ਕੋਲ ਹੁਣ ਪੈਸੇ ਦੀ ਕੋਈ ਕਮੀ ਨਹੀਂ ਕਿਉਂਕਿ ਉਹ ਮੇਰੇ ਕੋਲੋਂ ਬਹੁਤ ਸਾਰਾ ਪੈਸਾ ਆਪਣੇ ਨਾਲ ਲੈ ਗਈ ਹੈ ਅਤੇ ਹੁਣ ਜਦੋਂ ਉਹ ਆਪਣੇ ਮਾਪਿਆਂ ਦੇ ਘਰ ਚਲੀ ਗਈ, ਉਹ ਹੁਣ ਬੇਸਹਾਰਾ ਵੀ ਨਹੀਂ ਹੈ। ਪਰ ਉਸਨੇ ਮੇਰੇ ਅੰਦਰ ਦੀ ਪਿਆਸ ਮਾਰ ਦਿੱਤੀ। ਅਜਿਹੀ ਹਾਲਤ ਵਿੱਚ ਜਦੋਂ ਮੈਂ ਤੈਨੂੰ ਦੇਖਿਆ ਤਾਂ ਮੈਨੂੰ ਲੱਗਾ ਕਿ ਤੇਰੇ ਨਾਲ ਹੀ ਮੇਰੀ ਪਿਆਸ ਬੁਝ ਸਕਦੀ। ਉਹ ਮੇਰੇ ਇੰਨਾ ਨੇੜੇ ਆ ਗਈ ਕਿ ਘਬਰਾਹਟ ਕਾਰਨ ਮੇਰੇ ਸਾਹ ਰੁਕਣ ਲੱਗੇ। ਮੈਨੂੰ ਸਹੀ ਅਤੇ ਗਲਤ ਵਿੱਚ ਫਰਕ ਪਤਾ ਸੀ। ਇਸ ਲਈ ਮੈਂ ਮਾਲਕ ਨੂੰ ਕਿਹਾ ਕਿ ਇਹ ਠੀਕ ਨਹੀਂ ਹੈ। ਮਾਲਕ ਕਹਿਣ ਲੱਗਾ, ਜੇ ਤੁਸੀਂ ਮੇਰੀ ਗੱਲ ਨਾ ਸੁਣੀ ਤਾਂ ਮੈਂ ਤੇਰੀਆਂ ਸਾਰੀਆਂ ਵੀਡੀਓਜ਼ ਨੈਟ ਤੇ ਪਾ ਦਿਆਂਗਾ ਜੋ ਮੇਰੇ ਕੋਲ ਹਨ। ਇਹ ਸੁਣ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ। ਮੈਂ ਬਿਨਾਂ ਸੋਚੇ ਸਮਝੇ ਉਸ ਨੂੰ ਹਾਂ ਕਹਿ ਦਿੱਤੀ। ਹੁਣ ਮਾਲਕ ਹਰ ਰੋਜ਼ ਰਾਤ ਨੂੰ ਮੇਰੇ ਕਮਰੇ ਵਿੱਚ ਆਉਂਦੇ ਤੇ ਮੇਰੇ ਨਾਲ ਇਸ ਤਰ੍ਹਾਂ ਉਹ ਮੇਰੇ ਨਾਲ ਹਰ ਰੋਜ਼ ਕਰਦੇ। ਮੇਰੀ ਹਿੰਮਤ ਤਾਂ 3-4 ਦਿਨਾਂ ਵਿੱਚ ਹੀ ਜਵਾਬ ਦੇਣ ਲੱਗੀ ਤੇ ਮੈਂ ਆਪਣੀ
ਆਪਣੇ ਪੈਰਾਂ ਤੇ ਖੜੇ ਰਹਿਣ ਦੀ ਕਾਬਲ ਵੀ ਨਹੀਂ ਰਹੀ। ਫਿਰ ਇੱਕ ਦਿਨ ਮੈਨੂੰ ਕੰਮ ਕਰਦੇ ਕੁਝ ਦਵਾਈਆਂ ਮਿਲੀਆਂ ਤੇ ਮੈਨੂੰ ਪਤਾ ਲੱਗਾ ਕਿ ਮਾਲਕ ਇਹ ਦਵਾਈਆਂ ਵਰਤਦੇ ਹਨ ਕਿ ਉਹਨਾਂ ਨੂੰ ਸੰਤੁਸ਼ਟ ਕਰਨਾ ਸੰਭਵ ਨਹੀਂ ਸੀ। ਹੌਲੀ ਹੌਲੀ ਮੈਨੂੰ ਅੰਦਾਜ਼ਾ ਹੋਣ ਲੱਗਾ ਕਿ ਉਹ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਸਨ ਅਤੇ ਉਹਨਾਂ ਦੀ ਅਸਲ ਸਮੱਸਿਆ ਅਸਲ ਵਿੱਚ ਕੁਝ ਹੋਰ ਹੈ। ਸ਼ਾਇਦ ਇਸੇ ਲਈ ਉਸ ਦੀ ਪਤਨੀ ਨੇ ਉਸ ਤੋਂ ਤੰਗ ਆ ਕੇ ਉਸ ਨੂੰ ਛੱਡ ਦਿੱਤਾ ਹੈ ਅਤੇ ਉਹ ਮੇਰੇ ਨਾਲ ਝੂਠ ਬੋਲ ਰਿਹਾ ਹੈ। ਮੇਰੇ ਲਈ ਵੀ ਹੁਣ ਉਸ ਨਾਲ ਰਹਿਣਾ ਅਸੰਭਵ ਹੋ ਗਿਆ ਸੀ। ਮੈਂ ਮਾਲਕ ਨੂੰ ਕਿਹਾ ਕਿ ਮੈਂ ਆਪਣੀ ਨਣਦ ਅਤੇ ਧੀ ਕੋਲ ਵਾਪਸ ਜਾਣਾ ਚਾਹੁੰਦੀ ਹਾਂ। ਮੈਂ ਕੁਝ ਦਿਨਾਂ ਬਾਅਦ ਵਾਪਸ ਆਵਾਂਗੀ, ਪਰ ਉਹ ਮੇਰੇ ਪੈਰਾਂ ਤੇ ਡਿੱਗ ਪਿਆ ਅਤੇ ਕਿਹਾ ਕਿ ਜੇ ਤੁਸੀਂ ਮੈਨੂੰ ਛੱਡ ਦਿੱਤਾ ਤਾਂ ਮੈਂ ਇੱਕ ਰਾਤ ਵੀ ਨਹੀਂ ਬਚ ਸਕਾਂਗਾ। ਦੇਖੋ, ਮੈਂ ਤੁਹਾਡੇ ਤੋਂ ਕੁਝ ਵੀ ਨਹੀਂ ਲੁਕੋਇਆ, ਤੁਹਾਨੂੰ ਸਭ ਕੁਝ ਸੱਚ ਦੱਸ ਦਿੱਤਾ। ਹੁਣ ਇਸ ਦੇ ਬਾਵਜੂਦ ਤੁਸੀਂ ਮੈਨੂੰ ਛੱਡਣਾ ਚਾਹੁੰਦੇ ਹੋ। ਮਾਲਕ ਦੀ ਦਿਮਾਗੀ ਹਾਲਤ ਠੀਕ ਨਹੀਂ ਲੱਗ ਰਹੀ ਸੀ। ਮੈਂ ਅਕਸਰ ਉਸ ਨੂੰ ਮੋਬਾਈਲ ਤੇ ਗੰਦੀਆਂ ਫਿਲਮਾਂ ਦੇਖਿਆ ਸੀ ਅਤੇ ਇਹਨਾਂ ਸਾਰੀਆਂ ਗੱਲਾਂ ਨੇ ਉਸ ਦੇ ਅੰਦਰ ਇੱਕ ਜਾਨਵਰ ਪੈਦਾ ਕਰ ਦਿੱਤਾ ਸੀ। ਮੈਂ ਜਿੰਨੀ ਮਰਜ਼ੀ ਕੋਸ਼ਿਸ਼ ਕਰਦੀ, ਉਹ ਮੇਰੇ ਤੋਂ ਕਦੇ ਵੀ ਸੰਤੁਸ਼ਟ ਨਹੀਂ ਹੋ ਸਕਦਾ ਸੀ। ਹਰ ਗੁਜ਼ਰਦੇ ਦਿਨ ਦੇ ਨਾਲ ਮੇਰੀ ਨੌਕਰੀ ਕਿਸੇ ਨਾ ਕਿਸੇ ਸਮੱਸਿਆ ਵਾਂਗ ਜਾਪਦੀ ਸੀ ਅਤੇ ਇੱਕ ਰਾਤ ਜਦੋਂ ਉਹ ਆਪਣੇ ਕਮਰੇ ਵਿੱਚ ਚਲੇ ਗਏ ਤਾਂ ਬਾਅਦ ਵਿੱਚ ਮੈਂ ਆਪਣੇ ਕਮਰੇ ਦੀ ਖਿੜਕੀ ਤੋਂ ਛਾਲ ਮਾਰ ਦਿੱਤੀ ਅਤੇ ਉਸਦੇ ਘਰੋਂ ਭੱਜ ਗਈ। ਮੇਰੇ ਲਈ ਆਪਣੇ ਆਪ ਨੂੰ ਬਚਾਉਣ ਦਾ ਇਹੀ ਆਸਾਨ ਤਰੀਕਾ ਸੀ, ਨਹੀਂ ਤਾਂ ਉਹ ਸ਼ਾਇਦ ਮੇਰੇ ਵਿੱਚ ਕੁਝ ਵੀ ਨਾ ਛੱਡਦਾ ਅਤੇ ਜੇਕਰ ਉਸਦਾ ਬੱਚਾ ਮੇਰੀ ਕੁੱਖ ਵਿੱਚ ਹੀ ਰਹਿ ਜਾਂਦਾ ਤਾਂ ਮੈਂ ਆਪਣੇ ਪਤੀ ਅਤੇ ਬਾਕੀ ਸਾਰਿਆਂ ਨੂੰ ਕੀ ਜਵਾਬ ਦਿੰਦੀ। ਹਨੇਰੀ ਰਾਤ ਨੂੰ ਮੈਂ ਚੁੱਪਚਾਪ ਆਪਣੀ ਨਣਦ ਅਤੇ ਧੀ ਕੋਲ ਆ ਗਈ। ਜਦੋਂ ਮੇਰੀ ਨਣਦ ਨੇ ਮੈਨੂੰ ਇੰਨੀ ਦੇਰ ਰਾਤ ਵਾਪਸ ਆਉਣ ਦਾ ਕਾਰਨ ਪੁੱਛਿਆ ਤਾਂ ਮੈਂ ਉਸ ਨੂੰ ਕੋਈ ਨਾ ਕੋਈ ਬਹਾਨਾ ਮਾਰ ਕੇ ਸ਼ਾਂਤ ਕੀਤਾ, ਕਿਉਂਕਿ ਮੇਰੀ ਨਣਦ ਬਹੁਤ ਸਧਾਰਨ ਔਰਤ, ਉਸ ਨੂੰ ਮੂਰਖ ਬਣਾਉਣਾ ਬਹੁਤ ਆਸਾਨ ਸੀ। ਮੈਂ ਆਪਣੀ ਨਣਦ ਨੂੰ ਕਿਹਾ ਸੀ ਕਿ ਅਸੀਂ ਸਵੇਰੇ ਪਿੰਡ ਜਾ ਰਹੇ ਹਾਂ। ਉਹ ਵੀ ਮੈਨੂੰ ਪੁੱਛ ਰਹੀ ਸੀ ਕਿ ਕੀ ਕਾਰਨ ਹੈ। ਮੈਂ ਉਸ ਨੂੰ ਕਿਹਾ ਕਿ ਮੈਨੂੰ ਤੁਹਾਡੇ ਭਰਾ ਦੀ ਯਾਦ ਆ ਰਹੀ ਹੈ ਅਤੇ ਨਾ ਹੀ ਮੇਰੇ ਕੋਲ ਕੋਈ ਕੰਮ ਹੈ। ਮੈਂ ਬਿਲਕੁਲ ਖਾਲੀ ਹੱਥ ਸੀ। ਮੇਰੇ ਲਾਲਚ ਨੇ ਮੈਨੂੰ ਪੂਰੀ ਤਰ੍ਹਾਂ ਡੁਬੋ ਦਿੱਤਾ ਸੀ। ਜੋ ਪੈਸੇ ਮੈਂ ਮਾਲਕ ਤੋਂ ਪ੍ਰਾਪਤ ਕੀਤੇ ਸੀ, ਉਹਨਾਂ ਵਿੱਚੋਂ ਕੁਝ ਪੈਸੇ ਮੈਂ ਆਪਣੇ ਪਤੀ ਨੂੰ ਭੇਜ ਦਿੱਤੇ ਅਤੇ ਬਾਕੀ ਦਾ ਕਿਰਾਇਆ ਦੇਣ ਲਈ ਵਰਤ ਲਏ ਅਤੇ ਕੁਝ ਪੈਸੇ ਨਣਦ ਅਤੇ ਮੇਰੀ ਧੀ ਲਈ ਭੋਜਨ ਖਰੀਦਣ ਲਈ ਵਰਤ ਲਏ। ਮੇਰੇ ਕੋਲ ਘਰ ਵਾਪਸ ਜਾਣ ਲਈ ਥੋੜੇ ਜਿਹੇ ਪੈਸੇ ਸਨ ਅਤੇ ਅਗਲੀ ਸਵੇਰ ਅਸੀਂ ਪਿੰਡ ਲਈ ਰਵਾਨਾ ਹੋ ਗਏ। ਜਦੋਂ ਮੈਂ ਘਰ ਆਈ ਤਾਂ ਮੇਰੇ ਪਤੀ ਮੈਨੂੰ ਦੇਖ ਕੇ ਬਹੁਤ ਖੁਸ਼ ਹੋਏ ਅਤੇ ਮੈਨੂੰ ਕਿਹਾ ਕਿ ਮੈਂ ਤੁਹਾਨੂੰ ਸਭ ਨੂੰ ਬਹੁਤ ਯਾਦ ਕਰ ਰਿਹਾ ਸੀ। ਤੁਹਾਡੇ ਤੋਂ ਦੂਰ ਰਹਿਣ ਤੋਂ ਬਾਅਦ ਮੈਨੂੰ ਆਪਣੇ ਪਰਿਵਾਰ ਦੀ ਅਹਿਮੀਅਤ ਦਾ ਅਹਿਸਾਸ ਹੋਇਆ। ਮੈਂ ਫਿਰ ਕਦੇ ਸ਼ਰਾਬ ਨਹੀਂ ਪੀਵਾਂਗਾ। ਮੇਰੀ ਬੇਟੀ ਵੀ ਆਪਣੇ ਪਿਤਾ ਨੂੰ ਦੇਖ ਕੇ ਬਹੁਤ ਖੁਸ਼ ਹੋ ਗਈ। ਮੇਰਾ ਪਤੀ ਮੈਨੂੰ ਸੱਚਾ ਪਿਆਰ ਕਰਦਾ ਸੀ। ਮੇਰੇ ਪਤੀ ਨੇ ਦੱਸਿਆ ਕਿ ਉਸ ਨੇ ਮੇਰੇ ਵੱਲੋਂ ਭੇਜੇ ਪੈਸੇ ਨਾਲ ਇੱਕ ਰੇਹੜੀ ਖਰੀਦੀ ਹੈ ਜਿਸ ਤੇ ਉਹ ਚਾਹ ਵੇਚੇਗਾ ਅਤੇ ਇਸ ਰਾਹੀਂ ਅਸੀਂ ਆਸਾਨੀ ਨਾਲ ਆਪਣੀ ਬਾਕੀ ਦੀ ਜ਼ਿੰਦਗੀ ਬਤੀਤ ਕਰ ਸਕਦੇ ਹਾਂ। ਮੇਰੇ ਪਤੀ ਨੇ ਕਿਹਾ ਕਿ ਮੈਂ ਹੌਲੀ ਹੌਲੀ ਸ਼ਰਾਬ ਛੱਡਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਹੁਣ ਮੈਨੂੰ ਆਪਣੀ ਪੁਰਾਣੀ ਜ਼ਿੰਦਗੀ ਤਾਂ ਵਾਪਸ ਮਿਲ ਗਈ ਸੀ, ਪਰ ਮੇਰੇ ਵਰਗੀਆਂ ਬਹੁਤ ਸਾਰੀਆਂ ਔਰਤਾਂ ਹਨ ਜੋ ਸ਼ਹਿਰੀ ਮਰਦਾਂ ਦਾ ਸ਼ਿਕਾਰ ਹੋ ਜਾਂਦੀਆਂ ਹਨ ਅਤੇ ਕਦੇ ਉਹਨਾਂ ਨੂੰ ਮੁੜਨ ਦਾ ਮੌਕਾ ਨਹੀਂ ਮਿਲਦਾ। ਕੁਝ ਪੈਸਿਆਂ ਦੀ ਖਾਤਰ ਮੈਂ ਆਪਣੇ ਪਤੀ ਦੀ ਅਹਿਮੀਅਤ ਨੂੰ ਵੀ ਨਹੀਂ ਸਮਝਿਆ। ਮੈਂ ਔਰਤ ਬਣ ਕੇ ਪੈਸਾ ਕਮਾਉਣਾ ਚਾਹੁੰਦੀ, ਪਰ ਇਹ ਇੰਨਾ ਆਸਾਨ ਨਹੀਂ ਹੈ। ਮੈਂ ਸਮਝ ਗਈ ਸੀ ਕਿ ਜਦੋਂ ਕੋਈ ਵਿਅਕਤੀ ਪੈਸਾ ਕਮਾਉਣ ਜਾਂਦਾ ਹੈ ਤਾਂ ਉਸ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਨੂੰ ਅਜਿਹਾ ਕਰਨ ਲਈ ਬਹੁਤ ਜਲਦੀ ਸਜ਼ਾ ਮਿਲੀ। ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਕਦੇ ਵੀ ਕੋਈ ਸ਼ਾਰਟਕਟ ਨਾ ਲਓ, ਨਹੀਂ ਤਾਂ ਤੁਹਾਡੀ ਹਾਲਤ ਸ਼ਾਇਦ ਮੇਰੇ ਵਰਗੀ ਹੋ ਜਾਵੇਗੀ। ਇਹਨਾਂ 15 ਦਿਨਾਂ ਵਿੱਚ ਹਰ ਰਾਤ ਮਾਲਕ ਨੇ ਮੈਨੂੰ ਬਹੁਤ ਦਰਦ ਦਿੱਤਾ ਸੀ। ਮੈਂ ਉਸ ਨੂੰ ਸਧਾਰਨ ਸ਼ਬਦਾਂ ਵਿੱਚ ਨਹੀਂ ਦੱਸ ਸਕਦੀ। ਮੈਨੂੰ ਯਕੀਨ ਹੈ ਕਿ ਮੇਰੇ ਭੱਜਣ ਤੋਂ ਬਾਅਦ ਉਹਨਾਂ ਨੇ ਆਪਣੇ ਲਈ ਕੋਈ ਨਵਾਂ ਸ਼ਿਕਾਰ ਲੱਭ ਲਿਆ ਹੋਵੇ। ਉਸ ਦੇ ਘਰ ਇੱਕ ਨੌਕਰਾਣੀ ਪਹਿਲਾਂ ਹੀ ਮੌਜੂਦ ਸੀ। ਉਸਨੇ ਉਸਦੇ ਨਾਲ ਅਜਿਹਾ ਨਹੀਂ ਕੀਤਾ ਕਿਉਂਕਿ ਉਹ ਔਰਤ ਪਹਿਲਾਂ ਹੀ ਗਰਭਵਤੀ ਸੀ, ਇਸ ਲਈ ਉਹ ਉਸਨੂੰ ਉਹ ਖੁਸ਼ੀ ਨਹੀਂ ਦੇ ਸਕਦੀ ਸੀ ਜੋ ਉਹ ਮੇਰੇ ਤੋਂ ਚਾਹੁੰਦਾ ਸੀ। ਉਹ ਨੌਕਰਾਣੀ ਮੇਰੇ ਉੱਥੇ ਜਾਣ ਤੋਂ ਇੱਕ ਹਫ਼ਤਾ ਪਹਿਲਾਂ ਆਈ ਸੀ। ਮੇਰਾ ਬੌਸ ਮਾਨਸਿਕ ਤੌਰ ਤੇ ਬਿਮਾਰ ਵਿਅਕਤੀ ਸੀ ਜਿਸ ਨੂੰ ਸਿਰਫ ਸਰੀਰ ਚਾਹੀਦਾ ਸੀ। ਮੈਨੂੰ ਨਹੀਂ ਪਤਾ ਕਿ ਉਸਨੇ ਮੇਰੀ ਵੀਡੀਓ ਬਣਾਈ ਸੀ ਜਾਂ ਨਹੀਂ ਅਤੇ ਜੇ ਬਣਾਈ ਸੀ ਤਾਂ ਉਸ ਨਾਲ ਕੀ ਕੀਤਾ। ਹੋ ਸਕਦਾ ਹੈ ਕਿ ਉਹ ਮੈਨੂੰ ਆਪਣੇ ਘਰ ਵਿੱਚ ਰੱਖਣ ਲਈ ਬਲੈਕਮੇਲ ਕਰ ਰਿਹਾ ਸੀ ਤਾਂ ਜੋ ਮੈਂ ਉਸਦੇ ਡਰ ਤੋਂ ਇਸ ਘਰ ਵਿੱਚ ਰਹਾਂ।
ਅਤੇ ਹਰ ਰੋਜ਼ ਉਸ ਦੀ ਹਵਸ ਦਾ ਸ਼ਿਕਾਰ ਬਣਾ। ਪਰ ਮੈਨੂੰ ਯਕੀਨਨ ਪਤਾ ਸੀ ਕਿ ਮੇਰਾ ਸ਼ਰਾਬੀ ਪਤੀ ਮੈਨੂੰ ਬਹੁਤ ਪਿਆਰ ਕਰਦਾ ਸੀ। ਮੈਂ ਅੱਜ ਤੱਕ ਉਸ ਦਾ ਸੱਚ ਛੁਪਾ ਕੇ ਰੱਖਿਆ। ਮੈਂ ਕਦੇ ਨਹੀਂ ਚਾਹੁੰਦੀ ਸੀ ਕਿ ਉਹ ਮੇਰੀ ਸੱਚਾਈ ਬਾਰੇ ਜਾਣੇ, ਕਿਉਂਕਿ ਕੋਈ ਵੀ ਆਦਮੀ ਆਪਣੀ ਪਤਨੀ ਬਾਰੇ ਇਹ ਸੁਣ ਕੇ ਇੰਨੀ ਆਸਾਨੀ ਨਾਲ ਮਾਫ ਨਹੀਂ ਕਰੇਗਾ। ਮੈਨੂੰ ਪਤਾ ਹੈ ਕਿ ਮੇਰਾ ਪਤੀ ਮੈਨੂੰ ਕਦੇ ਮਾਫ ਨਹੀਂ ਕਰੇਗਾ। ਮੈਂ ਨਹੀਂ ਚਾਹੁੰਦੀ ਕਿ ਮੇਰੀ ਜ਼ਿੰਦਗੀ ਵਿੱਚ ਕੋਈ ਔਰ ਸਮੱਸਿਆ ਆਵੇ, ਇਸ ਲਈ ਮੈਂ ਇਹ ਗੱਲ ਅੱਜ ਤੱਕ ਆਪਣੇ ਪਤੀ ਤੋਂ ਲੁਕੋਈ ਰੱਖੀ। ਫਿਲਹਾਲ ਮੇਰੇ ਪਤੀ ਨੇ ਸ਼ਰਾਬ ਪੀਣੀ ਪੂਰੀ ਤਰ੍ਹਾਂ ਨਹੀਂ ਛੱਡੀ, ਪਰ ਨਿਸ਼ਚਿਤ ਤੌਰ ਤੇ ਇਸ ਨੂੰ ਹੌਲੀ-ਹੌਲੀ ਘਟਾ ਦਿੱਤਾ ਹੈ ਅਤੇ ਉਹ ਆਪਣੀ ਰੇਹੜੀ ਤੋਂ ਚਾਹ ਬਣਾਉਂਦਾ ਅਤੇ ਵੇਚਦਾ ਹੈ। ਮੈਂ ਬਹੁਤ ਖੁਸ਼ ਹਾਂ ਕਿ ਉਹ ਆਪਣੇ ਪਰਿਵਾਰ ਦੀ ਚਿੰਤਾ ਕਰਦਾ ਹੈ। ਪਰਮਾਤਮਾ ਦੀ ਕਿਰਪਾ ਨਾਲ ਉਹ ਹੌਲੀ-ਹੌਲੀ ਇੱਕ ਸ਼ਰਾਬ ਨੂੰ ਪੂਰੀ ਤਰ੍ਹਾਂ ਤਿਆਗ ਦੇਵੇਗਾ। ਮੇਰੀ ਬੇਟੀ ਨੇ ਵੀ ਸਰਕਾਰੀ ਸਕੂਲ ਵਿੱਚ ਪੜ੍ਹਨਾ ਸ਼ੁਰੂ ਕਰ ਦਿੱਤਾ ਹੈ ਅਤੇ ਘਰ ਦੀਆਂ ਮੁਸ਼ਕਲਾਂ ਹੌਲੀ-ਹੌਲੀ ਘਟ ਗਈਆਂ ਹਨ। ਇੱਕ ਦਿਨ ਸਭ ਕੁਝ ਬਿਲਕੁਲ ਠੀਕ ਹੋ ਜਾਵੇਗਾ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ। ਜੇਕਰ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਾਂ, ਕਿਰਪਾ ਕਰਕੇ ਨੋਟੀਫਿਕੇਸ਼ਨ ਬੈਲ ਨੂੰ ਜ਼ਰੂਰ ਦਬਾਇਓ ਤਾਂ ਜੋ ਤੁਹਾਨੂੰ ਅਗਲੀ ਅਪਡੇਟ ਸਭ ਤੋਂ ਪਹਿਲਾਂ ਮਿਲ ਸਕੇ। ਧੰਨਵਾਦ।